ਲਾਈਨ 'ਚ ਛੜੇ ਨੇ ਤੇ ਦੁੱਧ ਵਾਲਿਆਂ ਨੇ ਵਾੜੇ ਨੇ। ਸਾਨੂੰ ਖਤਰਾ ਹੈ, ਸਾਡੀਆਂ ਬੱਚੀਆਂ ਜਵਾਨਾਂ, ਸਾਡੇ ਬੱਚੇ ਛੋਟੇ ਨੇ, ਸਾਨੂੰ ਖਤਰਾ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਛੜੇ ਰਹਿੰਦੇ ਨੇ। ਮਹੱਲੇ ਦੇ ਬੱਚੇ ਗਏ ਨੇ ਕਿ ਬਾਹਰ ਅਸੀਂ ਇਹਨੂੰ ਕੱਢ ਕੇ ਤੇ ਅਸੀਂ ਇਹਨੂੰ ਮਾਰਨਾ ਹੈ, ਤੇ ਪੁਲਿਸ ਨੇ ਪੇਸ਼ ਨਹੀਂ ਜਾਣ ਦਿੱਤੀ, ਯਾਨੀ ਕਿ ਪੁਲਿਸ ਅੱਗੇ ਸੀ। ਸਾਰੇ ਕਿਰਾਇਆ ਸਾਹਮਣੇ ਵੇਲੇ 'ਚ ਵੀ ਛੜੇ ਨੇ, ਉਹ ਬੈਠਕ 'ਚ ਵੀ ਛੜੇ ਨੇ, ਉਹ ਤੇ ਨਾਲ ਫੈਕਟਰੀਆਂ ਛੋਟੀ ਛੋਟੀ, ਉੱਥੇ ਵੀ ਸਾਰੇ ਬੰਦੇ। ਪਤਾ ਲੱਗ ਜਾए कि किस तरह मैं अपने पुत्र सके पुत्र मारिया मैं। बाप के हाथों सगे बेटे का कत्ल और कत्ल के बाद उसकी लाश को अपने ही घर में दफना देना इंसानियत सोज ये एक वाकया था, जिसके मुतालिक आपने कुछ मोहल्लेदारों की भी गुफ्तगू सुनी। कुछ और ख़वातीन जो इस मोहल्ले की रहने वाली हैं, उनका क्या कहना है कि किस तरह से इस बच्चे को कत्ल किया, इनसे जानते हैं। अस्सलाम वालेकुम मां जी। अच्छा मैं दसो कि यह की होया सी वाकया? बेटा सानू तो नहीं पता सी, आज शोर होया है ते पता चलिया कि बच्चा गवाच गया है। दूसरे तीसरे दिन बाद जेड़ा पता चलिया कि जेड़ा ना मार के ने अंदर ही दफन कर दिया। अब्दुल रहमान यानी कि तुहानू पता लगे कि अगवा होया है? ना दा भी नहीं पता सानू, ते असीं ओनू जानदे नहीं, यानी कि दूर रहंदा है ना, ए घर ने साडे, सानू नहीं पता भी ये की इन्हें चक्कर चलाया। तुहानू पता चलिया कि बच्चा अगवा हो बच्चा अगवा हो गया है, फिर उस तो बाद ये फौत हो गया है। बहरहाल ए मैं ए गल कहनी है कि इंसानियत नहीं इहदे विच हैगी। मौला हुसैन ने दीन वास्ते अपने पुत्र कहाए सी, पर उन्हें पता नहीं किहदे वास्ते अपना पुत्र मार के तो ਸਾਨੂੰ ਇਹ ਪਤਾ ਚੱਲਿਆ ਕਿ ਉਹਦੀ ਸੁਤੇਲੀ ਬੱਚੇ ਦੀ ਜਿਹੜੀ ਮਾਂ ਹੈਗੀ ਹੈ, ਉਹਦਾ ਕਹਿਣਾ ਕਿ ਜੀ ਇਹ ਮੇਰੇ ਬੱਚਾ ਮੇਰੀ ਬੇਟੀ ਦੇ ਨਾਲ ਕੁਝ ਗਲਤ ਹਰਕਤ ਕਰਦਾ ਸੀ ਤੇ ਜਿਹਦੀ ਮੈਂ ਸ਼ਿਕਾਇਤ ਆਪਣੇ ਸ਼ੋਹਰ ਨੂੰ ਲਗਾਈ, ਉਹਨੇ ਉਸ ਤੋਂ ਬਾਅਦ ਬੱਚੇ ਨੂੰ ਮਾਰ ਦਿੱਤਾ। झूठ मार दिया, गलत गल है। चलो जो बच्चा करता भी सी ना तो समझाउंदी, छोटा जिहा ते बच्चा 7 साल का बच्चा जे 7 साल ਦਾ ਬੱਚਾ ਇਹੋ ਜਿਹੀ हरकत नहीं कोई भी कर सकता। नहीं कर सकता, ਇਹ गलत गल है। मतई मां सी ना, तो इस वास्ते ਉਹ ਬੱਚੇ ਦੇ ਨਾਲ ਕਰਦੀ ਪਈ ਆ। ਯਾਨੀ ਕਿ ਉਹ ਬੱਚਾ ਉਹਨੂੰ ਪਸੰਦ ਨਾ ਆਏ ਸ਼ਾਇਦ। ਹਾਂਜੀ ਪਸੰਦ ਨਹੀਂ ਹੈਗਾ, ਉਹਨੇ ਕਿਹਾ ਕਿ ਇਹਨੂੰ ਰੱਖ ਜਾਂ ਮੈਨੂੰ ਰੱਖ। ਮਕਸਦ ਇਹ ਹੈ ਗੱਲ ਕਰਨ ਦਾ ਕਿ ਇਹਨੂੰ ਸਜ਼ਾ ਇਹੋ ਜਿਹੀ ਮਿਲਣੀ ਚਾਹੀਦੀ ਆ ਕਿ ਇਹਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਮੈਂ ਆਪਣੇ ਪੁੱਤਰ ਨੂੰ, ਸਕੇ ਨੂੰ ਪੁੱਤਰ ਨੂੰ ਮਾਰਿਆ ਮੈਂ। ਸੁਤੇਲੀ ਮਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਹਾਂਜੀ ਉਹਨੂੰ ਵੀ ਮਿਲੇ, ਉਹਨੂੰ ਪਤਾ ਚੱਲੇ ਨਾ ਕਿ ਮੈਂ ਇਹ ਹਰਕਤ ਕੀਤੀ ਹੈ ਤੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅੱਛਾ ਜਦੋਂ ਪਤਾ ਚੱਲ ਗਿਆ ਕਿ ਬੱਚਾ ਐਸੇ ਪਿਓ ਨੇ ਜ਼ਾਲਮ ਨੇ ਗੁਲਾਮ ਮੁਸ਼ਤਬਾ ਨੇ ਕਤਲ ਕੀਤਾ ਹੈ, ਤੇ ਫਿਰ ਤੁਹਾਨੂੰ ਮਹਿਸੂਸ ਨਹੀਂ ਕਿ ਇਹ ਸ਼ਖਸ ਸਾਡੇ ਮੁਹੱਲੇ 'ਚ ਰਹਿ ਰਿਹਾ ਸੀ, ਸਾਡੇ ਬੱਚੇ ਨਾਲ ਵੀ ਕੁਝ ਵੀ ਕਰ। ਸਾਰੇ ਮੁਹੱਲੇ ਦੇ ਬੱਚੇ ਗਏ ਨੇ ਕਿ ਬਾਹਰ ਅਸੀਂ ਇਹਨੂੰ ਕੱਢ ਕੇ ਤੇ ਅਸੀਂ ਇਹਨੂੰ ਮਾਰਨਾ ਹੈ, ਤੇ ਪੁਲਿਸ ਨੇ ਪੇਸ਼ ਨਹੀਂ ਜਾਣ ਦਿੱਤੀ, ਯਾਨੀ ਕਿ ਪੁਲਿਸ ਅੱਗੇ ਸੀ। ਉਹਨਾਂ ਕਿਹਾ ਤੁਸੀਂ ਵਾਪਸ ਚੱਲ ਜਾਓ, ਤੁਸੀਂ ਨਹੀਂ ਇੱਥੇ ਅੱਗੇ ਆਉਣਾ। ਅਸੀਂ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਿੱਥੋਂ ਕੀਤਾ ਸੀ? ਉੱਥੇ ਹੀ ਉਹਨੂੰ ਘਰੋਂ ਹੀ ਕੀਤਾ ਉਹਨਾਂ ਨੂੰ। ਅਸੀਂ ਤਾਂ ਕਦੀ ਨਾ ਹੀ ਉਹਦੇ ਨਾਲ ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਕੋਈ ਕਿਸੇ ਕਿਸਮ ਦਾ ਨਹੀਂ ਉਹਦੇ ਨਾਲ ਹੈ ਤਲਕ। ਸ਼ਹਿਰ ਵੈਸੇ ਅੱਜ ਗਲੀ 'ਚ ਜਾਂਦਾ ਵੇਖਿਆ ਤੇ ਉਹ ਵੀ ਨਹੀਂ, ਉਹਨੂੰ ਕਦੀ ਬੁਲਾਇਆ ਵੀ ਨਹੀਂ। ਇਹ ਜਿਹੜਾ ਬੱਚਾ ਹੈਗਾ ਸੀ, ਇਸ ਤੋਂ ਇਲਾਵਾ ਇਹਦੇ ਕਿੰਨੇ ਬੱਚੇ ਸੀ ਇਹ ਦੂਸਰੀ ਬੀਵੀ ਦੇ ਚੋਂ? ਪਤਾ ਨਹੀਂ ਸਾਨੂੰ ਕਿੰਨੇ ਬੱਚੇ ਨੇ, 2 ਨੇ ਜਾਂ 1। ਅਸੀਂ ਕਦੀ ਤੁਹਾਨੂੰ ਦੱਸਿਆ ਨਾ ਕਿ ਕਦੀ ਗਏ ਹੀ ਨਹੀਂ, ਕਦੀ ਬੁਲਾਇਆ ਹੀ ਨਹੀਂ ਉਹਨੂੰ, ਆਪੋ ਆਪਣੇ ਘਰ ਦੇ ਵਿੱਚ ਹੀ ਰਹੀ ਆ। ਇਹ ਕਿ ਸਾਨੂੰ ਹੁਣ ਬੜਾ ਦੁੱਖ ਹੋਇਆ ਹੈ ਤੇ ਬੜਾ ਅਫਸੋਸ ਹੈ ਕਿ ਇਹਨੂੰ ਕੜੀ ਸਜ਼ਾ। ਪੂਰੀ ਲਾਈਨ ਦੇ ਵਿੱਚ ਛੜੇ ਹੀ ਰਹਿੰਦੇ ਨੇ, ਇਹ ਪੂਰੀ ਲਾਈਨ 'ਚ, ਪੂਰੇ ਮੁਹੱਲੇ 'ਚ ਛੜੇ ਰਹਿੰਦੇ ਨੇ। ਪੂਰੀ ਲਾਈਨ 'ਚ ਛੜੇ ਨੇ ਤੇ ਦੁੱਧ ਵਾਲਿਆਂ ਨੇ ਵਾੜੇ ਨੇ। ਸਾਨੂੰ ਖਤਰਾ ਹੈ, ਸਾਡੀਆਂ ਬੱਚੀਆਂ ਜਵਾਨਾਂ, ਸਾਡੇ ਬੱਚੇ ਛੋਟੇ ਨੇ, ਸਾਨੂੰ ਖਤਰਾ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਛੜੇ ਰਹਿੰਦੇ ਨੇ, ਉਹ ਵੀ ਪਤਾ ਨਹੀਂ ਕਿੱਥੋਂ ਆ ਕੇ ਰਹਿਣ ਡਿਆ ਸੀ ਜਿਹਨੇ ਵਾਕਿਆ। ਤੇ ਕੱਲ ਨੂੰ ਸਾਡੇ ਨਾਲ ਵੀ ਹਾਦਸੇ ਹੋ ਸਕਦੇ। ਅਸੀਂ ਬੱਚਿਆਂ ਨੂੰ ਛੱਡ ਕੇ ਜਾਣਾ, ਬੱਚੀਆਂ ਨੂੰ ਛੱਡ ਕੇ ਜਾਣਾ, ਅਸੀਂ ਕਿਧਰੇ ਆਣਾ ਜਾਣਾ ਸਾਡਾ, ਅਸੀਂ ਫੈਮਲੀਆਂ ਵਾਲੇ ਆ, ਅਸੀਂ ਰਿਸ਼ਤੇਦਾਰਾਂ ਵਾਲੇ ਆ। ਸਾਨੂੰ ਹੁਣ ਇਸ ਗਲੀ 'ਚ ਖੌਫ ਹੀ ਆਉਂਦਾ ਹੈ। ਇੱਕ ਦਫਾ ਤੇ ਖੌਫ ਪੈਦਾ ਹੋ ਗਿਆ ਸੀ ਨਾ ਕਿ ਬੱਚਾ ਕੌਣ ਲੈ ਗਿਆ ਇੱਥੋਂ ਅਗਵਾ ਕਰਕੇ। ਸਾਡੀ ਗਲੀ 'ਚ ਕਦੀ ਐਸਾ ਹਾਦਸਾ ਹੀ ਨਹੀਂ ਹੋਇਆ, ਪਤਾ ਹੀ ਨਹੀਂ ਸਾਨੂੰ। ਤੇ ਹੁਣ ਇਹ ਜਿੰਨੇ ਫਿਰ ਉਹ ਵੀ ਕਿਰਾਏਦਾਰ ਸੀ, ਹੁਣ ਇਹ ਸਾਰੇ ਕਿਰਾਇਆ ਸਾਹਮਣੇ ਵੇਲੇ 'ਚ ਵੀ ਛੜੇ ਨੇ, ਉਹ ਬੈਠਕ 'ਚ ਵੀ ਛੜੇ ਨੇ, ਉਹ ਉੱਥੇ ਨਾਲ ਫੈਕਟਰੀਆਂ ਛੋਟੀ ਛੋਟੀ, ਉੱਥੇ ਵੀ ਸਾਰੇ ਬੰਦੇ ਨੇ। ਸਾਨੂੰ ਹੁਣ ਇੰਨਾ ਕੁ ਖੌਫ ਪੈਦਾ ਹੋ ਗਿਆ ਕਿ ਸਾਡਾ ਮਹੱਲਾ ਮਹਿਫੂਜ਼ ਹੀ ਨਹੀਂ ਹੈ। ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਕੰਪਲੇਂਟ ਕਿਉਂ ਨਹੀਂ ਕਰਦੇ? ਕੋਈ ਸੁਣਦਾ नहीं, ਉੱਥੇ अंगूठे ਲਾਉਂਦੇ ਨੇ, ਸਾਰੇ ਕੰਮ ਕਰਦੇ, ਬਾਅਦ ਵਿੱਚ ਮੁੱਕਰ ਜਾਂਦੇ ਨੇ। पता नहीं की है की हो जाए, समझ के बाद। ये नाज़रीन कराम पूरा मोहल्ला जो है वो इस वक्त खौफ में मुब्तला है कि इस पूरी गली में जो छड़े हैं उनको ये सारे लोगों ने अपने घर किराए पर दिए हुए हैं। इन लोगों का कहना है कि हमारे अंदर एक खौफ की जो फिजा है वो पैदा हो चुकी है कि एक बच्चे को उसके बाप ने कत्ल कर दिया। हमें ये डर है कि इस तरह के लोगों का यहाँ पर रहना हमें इस चीज़ का खदशा जाहिर करता है कि कहीं ऐसा ना हो कि हमारे बच्चों के साथ कुछ ऐसा वाक़या हो पेश आ सके। लेकिन हम पुलिस के जो मुतलका पुलिस है उनसे गुजारिश करते हैं कि इनके खिलाफ जो है वो सर्च ऑपरेशन किया जाना चाहिए, ताकि इन लोगों का पता चले कि ये लोग कहाँ के रहने वाले हैं, कहाँ से आए हैं, और जो वाक़या यहाँ पर हुआ है उसके मुतल्लिक आपने यहाँ के जो रहने वाले लोग हैं, मोहल्लेदार हैं, उनका आपने उनकी ज़ुबानी सारी गुफ्तगू सुनी कि किस तरह से उस मासूम बच्चे को बेईमाना तौर पर पहले बाप ने कत्ल किया और उसके बाद उस शख्स ने अपने बेटे की लाश को अपने ही घर में दफना के ये ड्रामा रचाया कि मेरे बेटे को किसी ने अगवा कर लिया है। जब मुकदमा दर्ज होता है और उसके बाद पुलिस हरकत में आती है और इस
जालिम सफाक और अंधे कत्ल का पुलिस ने चंद ही घंटों में सुराग लगाकर इस जालिम इंसान को गिरफ्तार कर लिया है। इजाजत चाहूंगा, अल्लाह निगहबान।